ਅੱਜ ਦੀ ਕਹਾਣੀ ਹੈ ਅੰਮ੍ਰਿਤਾ ਪ੍ਰੀਤਮ ਦੀ ਮੁਰੱਬਿਆਂ ਵਾਲੀ। ਉਹ ਜਦੋਂ ਮਲੂਕ ਜਿਹੀ ਡੋਲੀ ਵਿੱਚੋਂ ਨਿਕਲੀ ਸੀ, ਉਦੋਂ ਹੀ ਸਾਰੇ ਪਿੰਡ ਦੇ ਮੂੰਹ ਤੇ ਉਹਦਾ ਨਾਂ ਚੜ੍ਹ ਗਿਆ ਸੀ, ਮੁਰੱਬਿਆਂ ਵਾਲੀ। ਸਿਰਫ ਜ਼ਮੀਨ ਦੇ ਕਾਗਜ਼ਾਂ ਪੱਤਰਾਂ 'ਚ ਉਹਦਾ ਨਾਂ ਸਰਦਾਰਨੀ ਰਾਜ ਕੌਰ ਲਿਖਿਆ ਹੋਇਆ ਸੀ, ਜਾਂ ਉਹਦਾ ਸਹੁਰਾ ਜਿੰਨਾ ਚਿਰ ਜਿਉਂਦਾ ਰਿਹਾ ਉਹਨੂੰ ਸਰਦਾਰਨੀ ਰਾਜ ਕੌਰ ਕਹਿੰਦਾ ਰਿਹਾ। ਪਰ ਜਿੱਥੋਂ ਤੱਕ ਸ਼ਰੀਕੇ ਦਾ ਤੇ ਪਿੰਡ ਦੇ ਲੋਕਾਂ ਦਾ ਸਵਾਲ ਸੀ, ਉਹ ਸਭਨਾਂ ਲਈ ਮੁਰੱਬਿਆਂ ਵਾਲੀ ਸੀ। ਉਹਦੇ ਚੜ੍ਹੇ ਪੀੜੇ ਪਿਓ ਨੇ ਇੱਕ ਮੁਰੱਬਾ ਦਾਜ ਦਿੱਤਾ ਸੀ, ਪਰ ਬਿਨਾਂ ਨਾਮਿਓਂ ਸਭ ਨੂੰ ਪਤਾ ਸੀ ਕਿ ਰਹਿੰਦੀ 3 ਮੁਰੱਬੇ ਜ਼ਮੀਨ ਦੀ ਵੀ ਉਹੀ ਵਾਰਸ ਹੈ। ਉਹਦੇ ਬਾਰੇ ਦੰਦ-ਕਥਾ ਸੀ ਕਿ ਉਹਦੀ ਮਾਂ ਜਦੋਂ ਚਲੀਆ ਨਹਾਤੀ, ਉਹਨੂੰ ਕੀਮ ਖਾਬ 'ਚ ਵਲੇਟ ਕੇ ਗੁਰਦੁਆਰੇ ਮੱਥਾ ਟਿਕਾਉਣ ਲੈ ਗਈ ਤਾਂ ਉਹਦੇ ਪਿਓ ਨੇ ਉਹਦੇ ਹੱਥੋਂ ਸੋਨੇ ਦੀਆਂ 11 ਸ਼ਰਫੀਆਂ ਮੱਥਾ ਟਿਕਵਾਈਆਂ ਸਨ, ਤੇ ਉਸੇ ਦਿਨ ਗੁਰਦੁਆਰੇ ਦੇ ਭਾਈ ਜੀ ਨੇ ਉਹਨੂੰ ਮੁਰੱਬਿਆਂ ਵਾਲੀ ਆਖ ਇੱਕ ਸੁੱਚੇ ਗੋਟੇ ਵਾਲੀ ਚੁੰਨੀ ਗੁਰੂ ਮਹਾਰਾਜ ਨੂੰ ਛੁਆ ਕੇ ਉਹਦੇ ਲਈ ਸਰੋਪਾ ਦਿੱਤੀ ਸੀ। ਉਹ ਭਰੇ ਘਰ ਜੰਮੀ ਤੇ ਭਰੇ ਘਰ ਵਿਆਹੀ, ਪਰ ਜਿਹੜਾ ਇੱਕ ਦੁੱਖ ਉਹਨੇ ਦੜ ਵੱਟ ਕੇ ਪੀ ਲਿਆ ਸੀ, ਉਹਨੂੰ ਉਹਦੇ ਤੋਂ, ਉਹਦੇ ਸੱਚੇ ਪਾਤਸ਼ਾਹ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਜਾਣਦਾ। ਸੱਜ ਵਿਆਹੀ ਨੂੰ ਸੂਹ ਲੱਗ ਗਈ ਸੀ ਕਿ ਉਹਦਾ ਮਰਦ ਹਾਕਮ ਸਿੰਘ ਆਪਣੇ ਦਾਦਿਓਂ ਪੋਤਰਿਓਂ ਭਰਾ ਲੱਗਦੇ ਕਰਮ ਸਿੰਘ ਦੀ ਤੀਵੀਂ ਨਾਲ ਰਲਿਆ ਹੋਇਆ। ਪਿੱਛੋਂ ਉਹਨੇ ਇਸ ਗੱਲ ਦੀ ਇੱਚੀ ਬੀਚੀ ਵੀ ਜਾਣ ਲਈ ਸੀ ਕਿ ਜਦੋਂ ਤੱਕ ਕਰਮ ਸਿੰਘ ਜਿਉਂਦਾ ਰਿਹਾ ਉਦੋਂ ਤੱਕ ਤਾਂ ਢੱਕੀ ਰਿੱਝਦੀ ਰਹੀ, ਪਰ ਜਿੱਦਣ ਦਾ ਉਹ ਰੱਬ ਨੂੰ ਪਿਆਰਾ ਹੋ ਗਿਆ ਸੀ, ਉਹਦੀ ਤੀਵੀਂ ਨੇ ਸਾਕਾਂ 'ਚੋਂ ਦਿਓਰ ਲੱਗਦੇ ਇਸ ਹਾਕਮ ਸਿੰਘ ਦੇ 2 ਕੱਚੇ ਕਢਵਾਏ ਸਨ। ਇਹ ਮੁਰੱਬਿਆਂ ਵਾਲੀ ਰੱਬ ਦੀ ਬੰਦੀ ਮੂੰਹ ਨਾ ਬਿਰਕੀ, ਸਿਰਫ ਇੱਕ ਵਾਰ ਗੁਰਦੁਆਰੇ ਜਾ ਕੇ ਆਪਣੇ ਸੱਚੇ ਪਾਤਸ਼ਾਹ ਅੱਗੇ ਫਿਸ ਪਈ। ਉਹਨੇ ਅੱਖਾਂ ਮੀਟ ਕੇ ਜਿਉਂਦੀ ਮੱਖੀ ਨਿਗਲ ਲਈ ਸੀ, ਪਰ ਆਪਣੇ ਮਰਦ ਨੂੰ ਮੂੰਹ ਕੁਝ ਨਹੀਂ ਸੀ ਆਖਿਆ। ਉਹਨੂੰ ਵੀ ਖੌਰੇ ਅੰਦਰ ਦਾ ਭੈ ਮਾਰਦਾ ਸੀ। ਉਹਨੇ ਆਪਣੀ ਇਸ ਸਰਦਾਰਨੀ ਅੱਗੇ ਕਦੇ ਅੱਖ ਨਹੀਂ ਸੀ ਉੱਚੀ ਕੀਤੀ, ਪਰ ਮਰਦ ਦੀ ਇਹ ਗੱਲ ਵੀ ਉਹਨੂੰ ਫਿਸੇ ਹੋਏ ਫੋੜੇ ਵਾਂਗੂ ਲੱਗਦੀ ਸੀ ਤੇ ਉਹਦਾ ਜੀਅ ਕਚਿਆ ਜਾਂਦਾ। ਪਰ ਉਹਦੇ ਜੀਅ ਨੂੰ ਠੱਲ ਪੈ ਗਈ ਜਦੋਂ ਉਤੜਤੀ ਉਸਦੇ ਘਰ 2 ਪੁੱਤ ਜੰਮੇ। ਉਹਨੂੰ ਜਾਪਿਆ ਉਹਨੂੰ ਕੱਲੀ ਕਾਰੀ ਨੂੰ ਰੱਬ ਨੇ ਲੋਹੇ ਦੀਆਂ ਬਾਹਾਂ ਦੇ ਦਿੱਤੀਆਂ ਨੇ। ਫਿਰ ਤੀਜੀ ਪੇਟ ਘਰੋੜੀ ਧੀ ਜੰਮੀ, ਜਿਹਨੂੰ ਲਾਡ ਨਾਲ ਉਹ ਮਲਕੀ ਬੁਲਾਉਂਦੀ ਰਹੀ। ਭਾਵੇਂ ਪਿੱਛੋਂ ਉਹਦਾ ਨਾਂ ਕੋਈ ਹੋਰ ਨਿਕਲਿਆ, ਪਰ ਪਹਿਲੇ ਦਿਨੋਂ ਜਿਹੜਾ ਨਾਂ ਮੂੰਹ ਤੇ ਚੜ੍ਹ ਗਿਆ ਉਹੀ ਪੱਕ ਗਿਆ। ਵੇਲਾ ਚੰਗਾ ਭਲਾ ਆਪਣੇ ਮੂੰਹ ਧਿਆਨ ਤੁਰਦਾ ਪਿਆ ਸੀ, ਪਰ ਪਟੋਲੇ ਵਰਗੀ ਮਲਕੀ ਜਦੋਂ ਉਸਰ ਖਲੋਤੀ ਸਕੂਲ ਪਾਸ ਕਰਨ ਜੱਡੀ ਹੋ ਗਈ ਤਾਂ ਵੇਲੇ ਨੇ ਇੱਕ ਅਜਿਹੀ ਪੁਆਂਟੀ ਖਾਧੀ ਕਿ ਸ਼ਰੀਕੇ ਦੀ ਭਾਬੀ ਤੇ ਕੀ ਹੋਰ, ਜਿਹੜੀ ਕਦੇ ਇਸ ਮੁਰੱਬਿਆਂ ਵਾਲੀ ਦੇ ਸਾਹਮਣੇ ਅੱਖ ਭਰ ਕੇ ਨਹੀਂ ਸੀ ਤੱਕਦੀ, ਲਾ ਕੇ ਗੱਲਾਂ ਕਰਨ ਲੱਗ ਪਈ। ਮਲਕੀ ਨੇ ਜ਼ਿੱਦ ਬੰਨ੍ਹ ਲਈ ਸੀ ਕਿ ਉਹ ਸਕੂਲ ਪਾਸ ਕਰਕੇ ਅੱਗੋਂ ਸ਼ਹਿਰ ਜਾਏਗੀ ਤੇ ਪੜ੍ਹੇਗੀ। ਇੱਥੋਂ ਤੱਕ ਤਾਂ ਗੱਲ ਨਜਿੱਠਣ ਵਾਲੀ ਸੀ ਕਿ ਮਲਕੀ ਦੇ ਮਨ 'ਚ ਜੋ ਕੁਝ ਭਰਿਆ ਸੀ, ਉਹ ਸਕੂਲ ਦੇ ਜਵਾਨ ਜਾਨ ਮਾਸਟਰ ਨੇ ਉਹ ਤੋਂ ਉਲਟੀਆਂ-ਪੁਲਟੀਆਂ ਕਿਤਾਬਾਂ ਪੜ੍ਹਾ ਕੇ ਭਰਿਆ ਸੀ। ਪਰ ਗੱਲ ਇੱਥੇ ਨਹੀਂ ਸੀ ਨਿਬੜਦੀ। ਲੋਕ ਮਲਕੀ ਦੀ ਤੇ ਮਾਸਟਰ ਦੀ ਅਸ਼ਨਾਈ ਜੋੜਨ ਲੱਗ ਪਏ ਸਨ। ਇੱਕ ਦਿਨ ਤਾਂ ਗਲੀ 'ਚੋਂ ਲੰਘਦੀ ਰਾਜ ਕੌਰ ਦੇ ਕੰਨੀ ਆਵਾਜ਼ ਪੈ ਗਈ, ਜੋ ਸਾਫ਼ ਦਿਸਦਾ ਸੀ ਕਿ ਪਿੰਡ ਦੀ ਨਾਮੋ ਸ਼ਰੀਕਣੀ ਨੇ ਉਹਨੂੰ ਸੁਣਾਉਣ ਲਈ ਆਖੀ ਸੀ। ਨੀ ਮੈਂ ਅੰਬ ਦਾ ਚਾਰ ਪਾਇਆ, ਡਾਢਾ ਸੋਹਣਾ ਪੀਲਾ। ਮੈਂ ਸੋਚਿਆ 4 ਫਾੜੀਆਂ ਮਾਸਟਰ ਜੀ ਨੂੰ ਵੀ ਦੇ ਆਵਾਂ। ਐਵੇਂ ਹੇਜ ਆ ਗਿਆ, ਪਰ ਫਿੱਟਿਆ ਹੋਇਆ ਆਂਦਾ ਮੈਂ ਚਾਰ ਨਹੀਂ ਖਾਂਦਾ। ਆਹੋ ਜੀ, ਚਾਰ ਕਾਹਨੂੰ ਖਾਣਾ ਉਹਨੇ? ਮਾਤੜ ਖਾਂਦੇ ਨੇ ਚਾਰ ਤਾਂ। ਉਹ ਤਾਂ ਕੋਈ ਮਰਦਬਾਨ ਭੰਨੂਗਾ, ਮੁਰੱਬਾ ਖਾਊਗਾ। ਗੱਲ ਭਾਵੇਂ ਖਾਣ ਵਾਲੇ ਮੁਰੱਬੇ ਦੀ ਸੀ, ਪਰ ਰਾਜ ਕੌਰ ਸਮਝ ਗਈ ਸੀ ਕਿ ਇਹ ਗੱਲ ਉਹਨੇ ਮੁਰੱਬਿਆਂ ਵਾਲੀ ਨੂੰ ਲਾ ਕੇ ਸੁਣਾਈ ਸੀ। ਲਹੂ ਦੇ ਘੁੱਟ ਵਾਂਗੂ ਉਹ ਇਸ ਗੱਲ ਨੂੰ ਪੀ ਗਈ, ਪਰ ਹਨੇਰੀ ਵਾਂਗੂ ਚੱਲੀ ਹੋਈ ਇਹ ਗੱਲ ਅੱਗੇ ਕੰਨਾਂ ਦਾ ਬੂਹਾ ਪੀੜਿਆਂ ਕਿੱਥੇ ਰੁਕਦੀ ਸੀ। ਇੱਕ ਦਿਨ ਉਹਨੂੰ ਸ਼ਰੀਕੇ ਦੀ ਭਾਬੀ ਮੂੰਹ ਪਾੜ ਕੇ ਆਖਣ ਲੱਗੀ, ਕੀ ਹਾਲ ਏ ਕੁੜੀ ਦਾ? ਜੀ ਰਾਜੀ ਰਹਿੰਦਾ ਉਹਦਾ? ਸਕੂਲੇ ਗਈ ਹੋਣੀ ਆ। ਉਸ ਦਿਨ ਸਰਦਾਰਨੀ ਰਾਜ ਕੌਰ ਛੋਲਿਆਂ ਵਾਂਗੂ ਅਜਿਹਾ ਵੱਟ ਖਾ ਗਈ ਕਿ ਛਮ-ਛਮ ਰੋਂਦੀ ਮਲਕੀ ਨੂੰ ਵੇਖ ਕੇ ਵੀ ਉਹਦੇ ਮਨ ਦਾ ਦਾਣਾ ਗਲਣ ਦਾ ਨਾਂ ਨਹੀਂ ਸੀ ਲੈ ਰਿਹਾ। ਉਹਦੇ ਹਾਮੀ ਭਰਨ ਤੇ ਮਲਕੀ ਦੇ ਪਿਓ ਨੇ ਜਿੱਥੇ ਚਾਹਿਆ ਸੀ ਉਹਦੇ ਮਲਕੀ ਦੇ ਸਾਕ ਨੂੰ ਪੱਕਾ ਕਰ ਦਿੱਤਾ। ਬੂਹੇ ਜੰਝ ਢੁਕਣ ਵਾਲੀ ਸੀ। ਗਿਣਤੀ ਦੇ ਦਿਨ ਰਹਿੰਦੇ ਸਨ ਜਦੋਂ ਮਲਕੀ ਨੇ ਇੱਕ ਦਿਨ ਪਿੱਪਲ ਦੇ ਪੱਤੇ ਵਾਂਗ ਕੰਬਦੀ ਨੇ ਮਾਂ ਨੂੰ ਅੰਦਰ ਵੜ ਕੇ ਆਖਿਆ ਕਿ ਉਹਦੇ ਜੀਅ 'ਚ ਜਿਹੜਾ ਮਰਦ ਸੀ ਉਹ ਮਾਸਟਰ ਸੀ। ਹੁਣ ਉਹਦੇ ਜੀਅ 'ਚ ਕੋਈ ਹੋਰ ਨਹੀਂ ਸਮਾਉਣਾ। ਪਰ ਰਾਜ ਕੌਰ ਨੇ ਉਹਦੇ ਸਿਰ ਤੇ ਹੱਥ ਫੇਰ ਕੇ ਆਪਣੀ ਇੱਜ਼ਤ ਦਾ ਵਾਸਤਾ ਇਸ ਤਰ੍ਹਾਂ ਪਾਇਆ ਸੀ ਜਿਵੇਂ ਮਲਕੀ ਨੇ ਬਲਦ ਦੇ ਸਿੰਘਾਂ ਵਾਂਗੂ ਧਰਤੀ ਸਿਰ ਉੱਤੇ ਚੁੱਕਣੀ ਹੋਵੇ ਤੇ ਉਹਦੇ ਥਾਂ ਹਿੱਲਣ ਨਾਲ ਸਾਰੀ ਧਰਤੀ ਹਿੱਲ ਜਾਣੀ ਹੋਵੇ। ਸੋ ਮਲਕੀ ਨੇ ਬਲਦ ਦੇ ਸਿੰਘਾਂ ਵਾਂਗੂ ਧਰਤੀ ਸਿਰ ਤੇ ਚੁੱਕ ਲਈ ਸੀ। ਘਰ ਦੀ ਇੱਜ਼ਤ ਬਣੀ ਰਹਿ ਗਈ ਸੀ। ਉਹ ਅੱਖਾਂ ਨੂੜ ਕੇ ਡੋਲੀ 'ਚ ਬਹਿ ਗਈ ਤੇ ਸਾਰੇ ਸ਼ਰੀਕੇ ਨੂੰ ਦੰਦਲ ਪੈ ਗਈ। ਵੇਲਾ ਫੇਰ ਆਪਣੇ ਮੂੰਹ ਧਿਆਨ ਤੁਰਨ ਲੱਗ ਪਿਆ। ਇਹ ਗੱਲ ਵੱਖਰੀ ਸੀ ਕਿ ਮਲਕੀ ਗੋਹਿਆਂ ਵਾਂਗ ਧੁਖਦੀ ਰਹੀ ਤੇ ਉਹਦਾ ਧੂੰਆਂ ਉਹਦੇ ਮਾਪਿਆਂ ਦੇ ਬੂਹੇ ਵੀ ਅੱਪੜਦਾ ਉਹਦੀ ਮਾਂ ਦੀਆਂ ਅੱਖਾਂ ਨੂੰ ਵੀ ਲੱਗਦਾ ਰਿਹਾ।
ਪਰ ਹਾਰੇ ਦੀ ਅੱਗ ਉੱਤੇ ਦਾਲ ਰਿੱਝਦੀ ਰਹੀ, ਦੁੱਧ ਕੱਢਦਾ ਰਿਹਾ, ਪੁੱਤ ਧੀਆਂ ਜੰਮਦੇ ਰਹੇ। ਪਰ ਫਿਰ 25 ਵਰ੍ਹਿਆਂ ਪਿੱਛੋਂ ਚੰਗੇ ਭਲੇ ਤੁਰਦੇ ਵੇਲੇ ਨੇ ਅਜਿਹੀ ਭੁਆਟਣੀ ਖਾ ਲਈ ਕਿ ਮਲਕੀ ਦੇ ਸਹੁਰੇ ਵੀ ਤੇ ਮਲਕੀ ਦੇ ਪੇਕੇ ਵੀ ਛਵੀਆਂ ਲਿਸ਼ਕ ਪਈਆਂ। ਮਲਕੀ ਦੀ ਪਲੇਠੀ ਧੀ ਸਾਹਿਬ ਕੌਰ, ਜਿਹਨੂੰ ਸਾਰੇ ਪਿਆਰ ਨਾਲ ਸਹਿਬਾਂ ਆਖਦੇ ਸਨ, ਜੋ ਪਿਛਲੇ 6 ਵਰ੍ਹਿਆਂ ਤੋਂ ਸ਼ਹਿਰ ਪੜ੍ਹਦੀ ਸੀ, ਜਦੋਂ ਪੜ੍ਹ ਕੇ ਘਰ ਆਈ ਤਾਂ ਆਉਂਦੀ ਨੇ ਮਾਂ ਪਿਓ ਨੂੰ ਆਖ ਦਿੱਤਾ ਕਿ ਉਹ ਆਪਣੀ ਮਰਜ਼ੀ ਦੇ ਮਰਦ ਨਾਲ ਵਿਆਹ ਕਰਾਏਗੀ। ਤੇ ਪਤਾ ਲੱਗਾ ਕਿ ਉਹਦੀ ਮਰਜ਼ੀ ਦਾ ਮਰਦ ਮਜ਼੍ਹਬੀਆਂ ਦਾ ਇੱਕ ਮੁੰਡਾ ਸੀ, ਜੋ ਉਹਦੇ ਨਾਲ ਉਹਦੇ ਕਾਲਜ 'ਚ ਪੜ੍ਹਦਾ ਸੀ। ਹੁਣ ਅਗਲੀ ਪੜ੍ਹਾਈ ਵਾਸਤੇ ਪਤਾ ਨਹੀਂ ਉਹ ਕਿਹੜੇ ਦੇਸ਼ ਚੱਲਿਆ ਸੀ। ਸਾਹਿਬਾਂ ਦੇ ਭਰਾ ਛੋਟੇ ਸਨ, ਪਰ ਪਿਓ ਤੇ ਚਾਚੇ ਜੇ ਲੋਹੇ ਦੀਆਂ ਲੱਠਾਂ ਵਰਗੇ ਸਨ, ਤੇ ਉਧਰੋਂ ਸਾਹਿਬਾਂ ਦੇ ਮਾਪੇ ਪੈਰਾਂ ਦੀ ਅੱਡੀ ਨਾਲ ਧਰਤੀ ਪਾੜਦੇ ਸਨ। ਸੋ ਇੱਕ ਕਹਿਰ ਝੁੱਲ ਪਿਆ। ਘਰ ਦੀ ਧੀ ਆਪਣੇ ਹੱਥੀਂ ਨਹੀਂ ਸੀ ਮਾਰ ਹੁੰਦੀ, ਪਰ ਮਜ਼੍ਹਬੀਆਂ ਦਾ ਮੁੰਡਾ ਤਾਂ ਮੁਕਾਇਆ ਜਾ ਸਕਦਾ ਸੀ ਨਾ। ਸੋ ਬੰਨ੍ਹ ਨੂੰ ਵੱਜਣ ਲੱਗੇ। ਕੁੜੀ ਨੂੰ ਅੰਦਰ ਬਹਿ ਕੇ ਸਮਝਾਇਆ ਸੀ, ਪਰ ਉਹ ਬਿਜਲੀ ਦੀ ਨੰਗੀ ਤਾਰ ਵਾਂਗੂ ਕਿਸੇ ਦੇ ਹੱਥ ਨਾ ਲੱਗੀ। ਉਹਨੇ ਦੂਜਾ ਭੇਤ ਵੀ ਪਾ ਲਿਆ ਤੇ ਚਮਕ ਕੇ ਬੋਲੀ ਕਿ ਜੇ ਉਹਦੇ ਬੰਦੇ ਦਾ ਵਾਲ ਵੀ ਵਿੰਗਾ ਹੋਇਆ ਤਾਂ ਉਹ ਆਪ ਕਚਹਿਰੀ ਜਾ ਕੇ ਗਵਾਹੀ ਦੇਵੇਗੀ। ਮਲਕੀ ਧੀ ਅੱਗੇ ਹੱਥ ਬੰਨ੍ਹਦੀ ਰਹੀ, ਪਰ ਸਾਹਿਬਾਂ ਉੱਤੇ ਉਹ ਜਾਦੂ ਵੀ ਨਾ ਚੱਲਿਆ। ਸਾਹਿਬਾਂ ਦੇ ਪਿਓ ਨੂੰ ਵੀ ਜਾਪਿਆ ਕਿ ਉਹ ਸਾਰੇ ਹਵਾ ਨੂੰ ਤਲਵਾਰਾਂ ਮਾਰਦੇ ਪਏ ਨੇ। ਸੋ ਹਾਰ ਕੇ ਉਹਨੇ ਸਰਦਾਰਨੀ ਮੁਰੱਬਿਆਂ ਵਾਲੀ ਨੂੰ ਵਾਸਤਾ ਲਿਖ ਭੇਜਿਆ ਕਿ ਉਹ ਜਿਵੇਂ ਕਿਵੇਂ ਆਵੇ ਤੇ ਕੁੜੀ ਨੂੰ ਸਮਝਾਵੇ। ਇਹ ਜੱਟਾਂ ਦੀ ਧੀ ਜੇ ਮਜ਼੍ਹਬੀਆਂ ਦੇ ਜਾ ਵਸੀ ਤਾਂ ਆਖਰ ਉਹਦੇ ਨਾਂ ਨੂੰ ਹੀ ਲੀਕ ਲੱਗਣੀ ਸੀ। ਸਰਦਾਰਨੀ ਰਾਜ ਕੌਰ ਸਣੇ ਪੁੱਤਰਾਂ ਦੇ ਆਈ, ਆਪ ਪਾਲਕੀ ਵਿੱਚ, ਪੁੱਤਰ ਘੋੜਿਆਂ ਤੇ। ਅਜੇ ਪਰਾਂ ਪੱਕੇ ਰਾਹ ਉੱਤੇ ਸੁੰਮਾਂ ਦੇ ਚੰਗਿਆੜੇ ਲਿਸ਼ਕਦੇ ਪਏ ਸਨ ਕਿ ਸਾਹਿਬਾਂ ਦੇ ਪਿਓ ਦੀਆਂ ਅੱਖਾਂ ਲਿਸ਼ਕ ਉੱਠੀਆਂ। ਉਹਨੂੰ ਤਰਵਾਸ ਵੱਜ ਗਿਆ ਕਿ ਹਵਾ ਦੇ ਘੋੜੇ ਚੜੀ ਹੋਈ ਕੁੜੀ ਨੂੰ ਹੁਣ ਮੁਰੱਬਿਆਂ ਵਾਲੀ ਲਗਾਮਾਂ ਪਾ ਲਵੇਗੀ। ਰਾਜ ਕੌਰ ਆਈ ਤੇ ਵਿਹੜੇ ਵਿੱਚ ਬੋੜ ਵਾਂਗੂ ਬਹਿ ਗਈ। ਉਹਨੇ ਕੁੜੀ ਨੂੰ ਆਪਣੇ ਗੋਡੇ ਮੁੱਢ ਬਿਠਾ ਲਿਆ। ਮਲਕੀ ਨੂੰ ਯਕੀਨ ਹੋ ਗਿਆ ਕਿ ਉਹਦੀ ਮਾਂ ਹੁਣ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਸਮਝਾ ਲਵੇਗੀ ਤੇ ਆਖੇਗੀ ਕਿ ਕੁੜੀਏ ਚੁੱਪ ਕਰਕੇ ਬਲਦ ਦੇ ਸਿੰਘਾਂ ਵਾਂਗੂ ਧਰਤੀ ਨੂੰ ਸਿਰ ਤੇ ਚੁੱਕ ਲੈ। ਕੋਲ ਵਿਹੜੇ 'ਚ ਮੰਜੀਆਂ ਉੱਤੇ ਸਾਹਿਬਾਂ ਦੇ ਪਿਓ ਭਰਾ ਵੀ ਸਨ ਤੇ ਮਾਮੇ ਵੀ। ਕੁੜੀ ਆਪਣੀ ਨਾਨੀ ਦੇ ਗੋਡੇ ਕੋਲ ਬੈਠੀ ਮਨ ਦੀ ਗੱਲ ਦੱਸ ਰਹੀ ਸੀ। ਰਾਜ ਕੌਰ ਠਰਮੇ ਨਾਲ ਕਿੰਨਾ ਚਿਰ ਸੁਣਦੀ ਰਹੀ। ਹੁੰਗਾਰਾ ਜਿਹਾ ਵੀ ਭਰਨ ਦੀ ਲੋੜ ਨਹੀਂ ਸੀ, ਸਿਰਫ ਕਦੇ ਨੀਝ ਲਾ ਕੇ ਉਹਦੇ ਮੂੰਹ ਵੱਲ ਵੇਖ ਛੱਡਦੀ। ਬਾਕੀ ਸਾਰੇ ਰਾਜ ਕੌਰ ਦੇ ਮੂੰਹ ਵੱਲ ਵੇਖ ਰਹੇ ਸਨ। ਤੇ ਫਿਰ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੀ, ਸੁਣ ਕੁੜੀਏ, ਜੇ ਮਨ ਪੱਕਾ ਈ ਤਾਂ ਮਨ ਦੀ ਕਰ ਲੈ, ਨਹੀਂ ਤਾਂ ਸਾਰੀ ਉਮਰ ਅੰਦਰ ਵੜ ਕੇ ਗੋਹਿਆਂ ਦੀ ਅੱਗ ਵਾਂਗੂ ਧੁਖਦੀ ਰਹੇਂਗੀ। ਮਾਂ, ਮਲਕੀ ਦੇ ਮੂੰਹ ਕੰਬ ਕੇ ਨਿਕਲਿਆ ਤੇ ਉਹ ਸਰੋਂ ਦੀ ਗੰਦਲ ਵਾਂਗ ਪੀਲੀ ਹੁੰਦੀ ਪਹਿਲੋਂ ਸਾਹਿਬਾਂ ਦੇ ਪਿਓ ਵੱਲ ਤੱਕੀ ਤੇ ਫਿਰ ਉਹਦੇ ਮਾਮਿਆਂ ਵੱਲ। ਨਹੀਂ ਤੂੰ ਇਹਨਾਂ ਦਾ ਫਿਕਰ ਨਾ ਕਰ, ਰਾਜ ਕੌਰ ਲਿਸ਼ਕ ਕੇ ਬੋਲੀ। ਮੈਂ ਜੋ ਕਹਿੰਦੀ ਆ, ਇਹ ਮੇਰੇ ਜੰਮੇ ਤੇ ਮੇਰੇ ਸੇੜੇ ਹੋਏ ਮੇਰੇ ਅੱਗੇ ਨਹੀਂ ਬੋਲ ਸਕਦੇ। ਤੂੰ ਸਾਹਿਬਾਂ ਨੂੰ ਬਾਹੋਂ ਫੜ ਕੇ ਉਠਾਉਂਦੀ ਹੋਈ ਕਹਿਣ ਲੱਗੀ, ਉੱਠ, ਆਪਣੇ ਕੁਝ ਲੱਗਦੇ ਨੂੰ ਖਬਰ ਦੇ ਦੇ ਕਿ ਜੰਝ ਬੰਨ੍ਹ ਕੇ ਲੈ ਆਵੇ। ਮੈਂ ਹੱਥੀਂ ਤੇਰਾ ਕਾਜ ਕਰਕੇ ਜਾਊਂਗੀ। ਤੇ ਫਿਰ ਕੰਧਾਂ ਤੋਂ ਪਾਰ ਤੱਕਦੀ ਆਖਣ ਲੱਗੀ, ਲੋਕਾਂ ਦਾ ਕੀ ਏ, 4 ਦਿਨ ਬੋਲ ਬਾਲ ਕੇ ਆਪੇ ਕੰਡਿਆਂ ਦੀ ਅੱਗ ਵਾਂਗੂ ਬੁੱਝ ਜਾਣਗੇ। ਤੇ ਵੇਲਾ ਭੁਆਂਟਣੀ ਖਾਂਦਾ ਮੁਰੱਬਿਆਂ ਵਾਲੀ ਦੇ ਮੂੰਹ ਵੱਲ ਤੱਕਣ ਲੱਗ ਪਿਆ।